हाँ जी स्टूडेंट्स ਆਪਾਂ ਰਿਸਕ ਦੇ ਜਿਹੜੇ ਕਾਜ਼ਸ ਸੀਗੇ ਉਹ ਪੜ੍ਹ ਰਹੇ ਸੀਗੇ। ਦੋ ਟਾਈਪਸ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ। ਨੈਕਸਟ ਹੈਗਾ ਆਪਣੇ ਕੋਲੇ ਹਿਊਮਨ ਕਾਜ਼, ਇਨਸਾਨਾਂ ਦੁਆਰਾ ਕਿਹੜੇ ਕਿਹੜੇ ਜਿਹੜੇ ਨੁਕਸਾਨ ਹੋ ਸਕਦੇ ਆ। ਹਿਊਮਨ ਬੀਇੰਗਸ ਆਰ ਆਲਸੋ ਦਾ ਮੋਸਟ ਇੰਪੋਰਟੈਂਟ ਕਾਜ਼ ਆਫ ਬਿਜ਼ਨਸ ਰਿਸਕ। ਜਿਹੜੇ ਹਿਊਮਨ ਬੀਇੰਗਸ ਨੇ ਇਹਨਾਂ ਕਰਕੇ ਬਹੁਤ ਸਾਰੇ ਬਿਜ਼ਨਸ ਰਿਸਕ ਹੋ ਸਕਦੇ ਨੇ। ਬਿਜ਼ਨਸ ਮੇ ਸਫਰ ਲਾਸ ਡਿਊ ਟੂ ਕੇਅਰਲੈਸਨੈਸ, ਰੋਂਗ ਇੰਟੈਂਸ਼ਨਸ, डिसऑनेस्टी एंड मिसअंडरस्टैंडिंग ऑफ द ह्यूमन बींग्स। मतलब केयरलैसनैस मतलब बहुत बेध्यानी ना काम करना, रॉन्ग इंटेंशन मतलब गलत नीयत होनी, डिसऑनेस्टी मतलब बेईमानी होनी या मिसअंडरस्टैंडिंग। कई बार किसी ने काम कुछ होर क्या होंगे भी आ चीज़ नूं आए करना, दूजे नूं गलत समझ आ जाती है। ठीक है, सो आपां इन्हां नूं वन बाय वन डिस्कस करांगे। फस्ट ऑफ ऑल केयरलैसनैस। केयरलैसनैस ऑन द पार्ट ऑफ ओनर्स और इंप्लॉइज मे कॉज लॉस टू द बिजनेस। कई बार मालक होंदा जिहड़ा ਉਹ ਤੋਂ ਵੀ ਕੋਈ गलती हो जाती है केयरलैसनैस के तौर पर, मतलब बेध्यानी च या इंप्लॉइज तो भी हो जाती है, ਉਹਦੇ करके बिजनेस नूं लॉस हो सकता। wasteful expenditure by owners not by caring for safety requirements in the factory, fear of accidents due to carelessness of the workers are the examples which cause business risk। wasteful expenditure ਦਾ मतलब ਹੁੰਦਾ ਵਾਧੂ ਹੀ ਖਰਚਾ ਕਰੀ ਜਾਣਾ ਜਿਹਦੀ ਜ਼ਰੂਰਤ ਨਹੀਂ ਹੈ। ਠੀਕ ਆ, ਜਾਂ ਫਿਰ ਜਿਹੜੀ ਸੇਫਟੀ ਮੇਜਰਸ ਫੈਕਟਰੀ ਦੇ ਵਿੱਚ ਚਾਹੀਦੇ ਆ, ਲਾਈਕ ਜਿਵੇਂ ਫਾਇਰ ਐਕਸਟੈਂਗੁਇਸ਼ਰ ਹੁੰਦੇ ਆ ਜਿਨ੍ਹਾਂ ਨਾਲ ਆਪਾਂ ਅੱਗ ਬੁਝਾਉਂਦੇ ਆ, ਉਹਨਾਂ ਦੀ ਲੋੜ, ਜਾਂ ਪਾਣੀ ਵਗੈਰਾ ਜਿੱਥੇ ਅੱਗ ਬੁਝਾਈ ਜਾ ਸਕੇ ਉਹਦੀਆਂ ਪਾਈਪਸ ਲੱਗੀਆਂ ਹੁੰਦੀਆਂ। ਜੇ ਆਪਾਂ ਉਹ ਸੇਫਟੀ ਮੇਜਰ ਦਾ ਧਿਆਨ ਨਹੀਂ ਰੱਖਦੇ ਤਾਂ ਉਹਦੇ ਕਰਕੇ ਸਾਡੀ ਬੇਧਿਆਨੀ, ਸਾਡੀ ਅਣਗਹਿਲੀ ਕਰਕੇ ਕੀ ਹੋ ਸਕਦਾ ਵਾ, ਬਿਜ਼ਨਸ ਨੂੰ ਕੋਈ ਵੀ ਰਿਸਕ ਹੋ ਸਕਦਾ। ਠੀਕ ਆ, ਨੈਕਸਟ ਪੁਆਇੰਟ ਇਜ਼ ਰੋਂਗ ਇੰਟੈਂਸ਼ਨਸ, मतलब ਕਿਸੇ ਦੀ ਗਲਤ ਨੀਅਤ। wrong intentions of the employees or outsiders may cause loss to business। ਜਿਹੜੀਆਂ wrong intentions ਹੁੰਦੀਆਂ ਉਹਦੇ ਕਰਕੇ ਵੀ ਸਾਡੇ ਬਿਜ਼ਨਸ ਨੂੰ ਨੁਕਸਾਨ ਹੋ ਸਕਦਾ। non cooperation by employees or damaging the property during riots are the examples leading to business risk। non cooperation ਮਤਲਬ ਜਦੋਂ ਸਾਡੇ ਇੰਪਲੋਈ ਨੇ, ਸਾਡੇ ਕੰਮ ਕਰਨ ਵਾਲੇ ਸਾਨੂੰ ਸਹਿਯੋਗ ਨਹੀਂ ਦਿੰਦੇ ਬਿਜ਼ਨਸ ਦੇ ਵਿੱਚ, ਤਾਂ ਉਹ ਵੀ ਕੀ ਆ, ਸਾਡੇ ਲਈ ਇੱਕ ਰਿਸਕ ਆ। ਇਸ ਤੋਂ ਇਲਾਵਾ ਡੈਮੇਜ ਹੋ ਜਾਣਾ ਪ੍ਰੋਪਰਟੀ ਦਾ ਬਾਈ ਰਾਈਟਸ। ਰਾਈਟਸ ਹੁੰਦੇ ਆ ਦੰਗੇ, मतलब कोई दो धर्मां दे विचकार कोई लड़ाई हो गई, दंगे हो गए, तो ਉਹਦੇ ਕਰਕੇ ਵੀ ਸਾਨੂੰ ਨੁਕਸਾਨ ਹੋ ਸਕਦਾ। ਨੈਕਸਟ ਇਜ਼ डिसऑनेस्टी, मतलब बेईमानी। डिसऑनेस्टी ऑन द पार्ट ऑफ इंप्लॉइज मे ऑल्सो लीड टू बिजनेस रिस्क। ਜਦੋਂ ਕੋਈ ਵੀ ਇੰਪਲੋਈਜ਼ ਨੇ ਸਾਡੇ ਕੰਮ ਕਰਨ ਵਾਲੇ ਆ ਉਹ ਬੇਈਮਾਨੀ ਕਰਦੇ ਆ ਤਾਂ ਉਹ ਵੀ ਸਾਡੇ ਬਿਜ਼ਨਸ ਦੇ ਲਈ ਕੀ ਆ, ਇੱਕ ਰਿਸਕ ਆ। wrong use of property of the business and misappropriation of business funds are the examples of dishonesty which may cause business risk। wrong use of the property, business ਦੀ property ਆ, ਉਹਨੂੰ ਆਪਾਂ ਗਲਤ ਤਰੀਕੇ ਨਾਲ ਯੂਜ਼ ਕਰਨਾ, ਜਾਂ ਕਹਿ ਦਈਏ ਜਿਹੜੇ ਵਰਕਰ ਨੇ ਉਹ ਹੋਰ ਕਿਸੇ ਕੰਮ ਲਈ ਯੂਜ਼ ਕਰਨ। ਠੀਕ ਆ, ਜਾਂ ਜਿਹੜੇ ਬਿਜ਼ਨਸ ਦੇ ਫੰਡ ਆ, ਮਤਲਬ ਪੈਸਾ ਵਾ, ਉਹਨੂੰ ਵੀ ਮਿਸ ਐਪਰੋਪਰੀਏਟ ਕਰਨਾ, मतलब ਗਲਤ ਤਰੀਕੇ ਨਾਲ ਸ਼ੋਅ ਕਰਨਾ ਵੀ ਸਾਨੂੰ ਇਹਨਾਂ ਦਾ ਮੁਨਾਫਾ ਹੋਇਆ ਹੀ ਨਹੀਂ। ठीक है, ਜਾਂ ਖਰਚਾ ਘੱਟ ਹੋਇਆ ਜਾਣ ਬੁੱਝ ਕੇ ਵੱਧ ਸ਼ੋਅ ਕਰ ਦੇਣਾ। ਠੀਕ ਹੈ, ਸੋ ਨੈਕਸਟ ਪੁਆਇੰਟ ਹੈ ਲੈਕ ਆਫ ਅੰਡਰਸਟੈਂਡਿੰਗ। ਮਿਸਅੰਡਰਸਟੈਂਡਿੰਗ ਔਨ ਦ ਪਾਰਟ ਆਫ ਹਿਊਮਨ ਬੀਇੰਗਸ ਮੇ ਆਲਸੋ ਬਿਕਮ ਦ ਕਾਜ਼ ਆਫ ਬਿਜ਼ਨਸ ਰਿਸਕ। A wrong estimation of tastes and likings of the customer may by marketing men, wrong estimation of raw material by the production manager are the examples of business risk। ਕਈ ਵਾਰੀ ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ। ਕਿਵੇਂ, ਹੁਣ ਦੇਖੋ ਜਿਹੜਾ ਮਾਰਕੀਟਿੰਗ ਮੈਨ ਆ, ਮਤਲਬ ਜਿਹਨੇ ਮਾਰਕੀਟਿੰਗ ਦੀਆਂ ਸਟ੍ਰੈਟਜੀਜ਼ ਬਣਾਉਣੀਆਂ ਨੇ ਵੀ ਕਿਹੜਾ ਪ੍ਰੋਡਕਟ ਕਿਵੇਂ ਵੇਚਿਆ ਜਾਊਗਾ, ਹੋ ਸਕਦਾ ਉਹ ਤੋਂ ਲੋਕਾਂ ਦਾ ਜਿਹੜਾ ਟੇਸਟ ਆ ਜਾਂ ਉਹਨਾਂ ਦੀ ਜਿਹੜੀ ਲਾਈਕਿੰਗ ਆ ਉਹਦੇ ਬਾਰੇ ਐਸਟੀਮੇਸ਼ਨ ਲਗਾਇਆ ਸੀ, ਉਹਨੇ ਅੰਦਾਜ਼ਾ ਲਗਾਇਆ ਸੀ, ਉਹ ਗਲਤ ਲੱਗ ਗਿਆ ਹੋਵੇ। ਠੀਕ ਆ, ਜਾਂ ਫਿਰ ਜਿਹੜਾ ਰॉ ਮਟੀਰੀਅਲ ਚਾਹੀਦਾ ਸੀਗਾ ਉਹਦੇ ਬਾਰੇ ਗਲਤ ਐਸਟੀਮੇਟ ਲੱਗ ਗਿਆ ਹੋਵੇ। ਸੋ ਇਹ ਵੀ ਸਾਡੇ ਬਿਜ਼ਨਸ ਦੇ ਲਈ ਕੀ ਹੈ, ਇੱਕ ਰਿਸਕ ਆ। ਨੈਕਸਟ ਆਪਣੇ ਕੋਲ ਹੈਗਾ ਇਕਨੋਮਿਕ ਕਾਜ਼। ਇਕਨੋਮਿਕ ਕਾਜ਼ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ? ਇਕਨੋਮਿਕ ਕਾਜ਼ may relate to fluctuation in demand and price, मतलब डिमांड ਦਾ ਵੱਧ ਜਾਣਾ ਜਾਂ ਘਟ। ਫਲਕਚੁਏਸ਼ਨ ਦਾ ਮੀਨਿੰਗ ਹੁੰਦਾ ਵਧਣਾ ਘਟਣਾ। ਠੀਕ ਆ, ਡਿਮਾਂਡ ਵੱਧ ਗਈ ਜਾਂ ਘਟ ਗਈ, ਪ੍ਰਾਈਸ ਵੱਧ ਗਈ ਜਾਂ ਘਟ ਗਈ। ਇਨਕਰੀਜ਼ ਇਨ ਕੰਪੀਟੀਸ਼ਨ ਵੱਧ ਗਿਆ, ਮਤਲਬ ਸਾਡੇ ਜਿਹੜੀਆਂ ਕੰਪੀਟੀਸ਼ਨ ਦੇ ਵਿੱਚ ਕੰਪਨੀਜ਼ ਨੇ ਉਹਨਾਂ ਨੇ ਕੁਛ ਸਟ੍ਰੈਟਜੀਜ਼ ਨਿਊ ਲਿਆਂਦੀਆਂ। ਚੇਂਜ ਇਨ ਇਕਨੋਮਿਕ ਸਿਚੁਏਸ਼ਨਸ, ਚੇਂਜ ਇਨ ਮੈਥਡਸ। ਹੁਣ ਇਹਨੂੰ ਆਪਾਂ ਵਨ ਬਾਏ ਵਨ ਪੜ੍ਹਦੇ ਹਾਂ। ਫਸਟ ਵਨ ਹੈਗਾ ਫਲਕਚੁਏਸ਼ਨ ਇਨ ਡਿਮਾਂਡ। ਐਨ ਅਨਐਕਸਪੈਕਟਡ ਚੇਂਜ ਇਨ ਡਿਮਾਂਡ of the customer may also become an important cause of business risk। ਇਹ ਵੀ ਸਾਡੇ ਬਿਜ਼ਨਸ ਦੇ ਲਈ ਇੱਕ ਰਿਸਕ ਆ, ਜਿਵੇਂ ਕੋਈ ਅਨਐਕਸਪੈਕਟਡ ਚੇਂਜ ਹੋ ਜਾਵੇ ਕਾਹਦੇ ਵਿੱਚ, ਡਿਮਾਂਡ ਦੇ ਵਿੱਚ। the change in likings and preference of the customer, sale of goods at low rates by competitors are the some examples of these kind of risk। ਸੋ ਇਹਦੇ 'ਚ ਇਹ ਦੱਸਿਆ ਗਿਆ ਕਿ ਕਈ ਵਾਰੀ ਕੀ ਹੁੰਦਾ, ਲੋਕਾਂ ਦੀ ਜਿਹੜੀ ਪ੍ਰੈਫਰੈਂਸ ਆ, ਲੋਕਾਂ ਦੀ ਜਿਹੜੀ ਲਾਈਕਿੰਗਸ ਆ ਉਹ ਚੇਂਜ ਹੋ ਜਾਂਦੀਆਂ ਨੇ। ਠੀਕ ਆ, ਉਹਨਾਂ ਨੂੰ ਉਹ ਪ੍ਰੋਡਕਟ ਪਸੰਦ ਨਹੀਂ ਆਉਂਦਾ, ਉਹ ਕਿਸੇ ਹੋਰ ਨੂੰ ਪਸੰਦ ਕਰ ਲੈਂਦੇ ਆ। ਠੀਕ ਆ,
ਜਾਂ ਫਿਰ ਜਿਹੜੇ ਸਾਡੇ ਕੰਪੀਟੀਟਰ ਆ ਉਹ ਕੀ ਕਰਦੇ ਆ, ਜਿੰਨਾ ਸਾਡੇ ਨਾਲ ਦਾ ਸੇਮ ਪ੍ਰੋਡਕਟ ਬਣਾ ਰਹੇ ਆ, ਠੀਕ ਆ। ਸਪੋਜ਼ ਕਰ ਲਓ ਜਿਵੇਂ ਮੰਨ ਲਓ ਕੋਈ ਕੋਲਡ ਡਰਿੰਕਸ ਵਗੈਰਾ ਨੇ, ਠੀਕ ਆ, ਤਾਂ ਇੱਕ ਹੈਗਾ ਕੋਕ ਹੈਗਾ, ਇੱਕ ਹੈਗਾ ਪੈਪਸੀ, ਠੀਕ ਆ। ਤਾਂ ਇੱਕ ਨੇ ਪ੍ਰਾਈਸ ਥੋੜ੍ਹੇ ਜਿਹੇ ਘਟਾਤੇ, ਜੇ ਸਾਡੇ ਕੰਪੀਟੀਟਰ ਨੇ ਪ੍ਰਾਈਸ ਘਟਾਤੇ ਦੈਟ ਮੀਨਸ ਲੋਕ ਉਹਨੂੰ ਵੱਧ ਬਾਏ ਕਰਨਗੇ, ਠੀਕ ਆ। ਤਾਂ ਸਾਡੇ ਲਈ ਉਹ ਇੱਕ ਰਿਸਕ ਆ। ਸੈਕਿੰਡ ਪੁਆਇੰਟ ਇਹਦਾ ਹੈ ਇਨਕਰੀਜ਼ ਇਨ ਕੰਪੀਟੀਸ਼ਨ। The increased competition may also lead to change in demand of the products। ਜਿੰਨਾ ਜ਼ਿਆਦਾ ਕੰਪੀਟੀਸ਼ਨ ਹੋਊਗਾ ਤਾਂ ਡਿਮਾਂਡ ਦੇ ਵਿੱਚ ਵੀ ਫਰਕ ਪੈਂਦਾ। The entry of new competitors in the market and sale of improved products by competition are the effects which will reduce the market share of the business। ਕਈ ਵਾਰੀ ਕੀ ਹੁੰਦਾ, ਸਾਡੇ ਨਾਲ ਦਾ ਪਹਿਲਾਂ ਕੋਈ ਕੰਪੀਟੀਟਰ ਹੈ ਨਹੀਂ ਸੀ ਮਾਰਕੀਟ ਦੇ ਵਿੱਚ, ਬਟ ਹੁਣ ਨਿਊ ਆ ਗਿਆ, ਠੀਕ ਆ। ਸੇਲ ਆਫ ਇੰਪਰੂਵਡ ਪ੍ਰੋਡਕਟਸ, ਮਤਲਬ ਸਾਡੇ ਕੰਪੀਟੀਟਰ ਨੇ ਸਾਡੇ ਨਾਲ ਦਾ ਹੀ ਪ੍ਰੋਡਕਟ ਬਣਾਇਆ ਬਟ ਉਹਨੂੰ ਕੁਝ ਇੰਪਰੂਵ ਕਰਤਾ, ਤਾਂ ਇਹਦੇ ਕਰਕੇ ਸਾਡਾ ਮਾਰਕੀਟ ਸ਼ੇਅਰ ਘਟ ਜੂਗਾ। ਸਾਡੇ ਜਿਹੜੇ ਲੋਕ ਸੀ ਹੁਣ ਉਹਨਾਂ ਦਾ ਪ੍ਰੋਡਕਟ ਬਾਏ ਕਰਨਗੇ। ਦਿਸ ਆਲਸੋ ਰਿਜ਼ਲਟ ਇਨ ਲਾਸ ਆਫ ਬਿਜ਼ਨਸ। ਸੋ ਇਹ ਵੀ ਸਾਡੇ ਲਈ ਇੱਕ ਰਿਸਕ ਆ। ਥਰਡ ਪੁਆਇੰਟ ਹੈਗਾ ਵਾ ਚੇਂਜ ਇਨ ਇਕਨੋਮਿਕ ਕੰਡੀਸ਼ਨਸ। ਦੇਅਰ ਕੈਨ ਬੀ ਚੇਂਜ ਇਨ ਇਕਨੋਮਿਕ ਕੰਡੀਸ਼ਨਸ। ਹੁਣ ਕਿਹੜੀਆਂ ਕੰਡੀਸ਼ਨਸ ਨੇ ਵਿਚ ਮੇ ਕਾਜ਼ ਲਾਸ। ਕੁਛ ਇੱਦਾਂ ਦੀਆਂ ਕੰਡੀਸ਼ਨਸ ਨੇ ਜਿਹਦੇ ਕਰਕੇ ਸਾਨੂੰ ਨੁਕਸਾਨ ਹੋ ਸਕਦਾ। ਟ੍ਰੇਡ ਸਾਈਕਲਸ ਵਿਲ ਡਾਇਰੈਕਟਲੀ ਇਨਫਲੂਐਂਸ ਦਾ ਬਿਜ਼ਨਸ ਐਕਟੀਵਿਟੀ। ਹੁਣ ਟ੍ਰੇਡ ਸਾਈਕਲ ਕੀ ਹੁੰਦਾ, ਦੇਖੋ ਬਿਜ਼ਨਸ ਦੇ ਵਿੱਚ 4 ਤਰ੍ਹਾਂ ਦੇ ਫੇਜ਼ ਮੰਨੇ ਜਾਂਦੇ ਆ। ਪਹਿਲਾਂ ਹੁੰਦਾ ਬੂਮ ਪੀਰੀਅਡ। ਬੂਮ ਦੇ ਵਿੱਚ ਹੁੰਦਾ ਵੀ ਬਿਜ਼ਨਸ ਬਹੁਤ ਗਰੋ ਕਰ ਰਿਹਾ। ਫਿਰ ਹੋ ਜਾਂਦਾ ਉਹਦੇ ਵਿੱਚ ਥੋੜ੍ਹਾ ਜਿਹਾ ਡਾਊਨ, ਡੈਪਰੀਸੀਏਸ਼ਨ ਆਉਣਾ, ਯਾਨੀ ਕਿ ਡਿਪਰੈਸ਼ਨ ਆਉਣਾ ਸ਼ੁਰੂ ਹੋ ਜਾਂਦਾ, ਥੋੜ੍ਹਾ ਘਟਣਾ ਸ਼ੁਰੂ ਹੋ ਜਾਂਦਾ, ਠੀਕ ਆ। ਤਾਂ ਉਸ ਤੋਂ ਬਾਅਦ ਆ ਜਾਂਦਾ ਵਾ ਰਿਸੈਸ਼ਨ। ਰਿਸੈਸ਼ਨ ਹੁੰਦੀ ਹੈ ਮੰਦੀ, ਬਿਲਕੁਲ ਖਤਮ ਹੋਣਾ, ਜਿਵੇਂ ਆਪਾਂ ਕਹਿ ਦਈਏ ਡਾਊਨ। ਫਿਰ ਉਸ ਤੋਂ ਬਾਅਦ ਰਿਕਵਰੀ, ਫਿਰ ਬਿਜ਼ਨਸ ਦੀ ਰਿਕਵਰੀ ਹੁੰਦੀ ਹੈ। ਤਾਂ 4 ਫੇਜ਼ ਹੁੰਦੇ ਆ ਇਹ, ਬੂਮ, ਡਿਪਰੈਸ਼ਨ, ਠੀਕ ਆ, ਰਿਸੈਸ਼ਨ ਤੇ ਰਿਕਵਰੀ। ਹੁਣ ਆਪਾਂ ਇਹਦੇ ਵਿੱਚ ਇਹੀ ਪੜਾਂਗੇ। ਪ੍ਰਾਈਸ ਐਂਡ ਡਿਮਾਂਡ ਆਫ ਗੁਡਸ ਇਜ਼ ਆਲਸੋ ਅਫੈਕਟਡ ਬਾਏ ਦਾ ਟ੍ਰੇਡ ਸਾਈਕਲਸ। ਪ੍ਰਾਈਸ ਤੇ ਡਿਮਾਂਡ ਦੋਨੇ ਇਫੈਕਟ ਹੁੰਦੀਆਂ ਨੇ ਟ੍ਰੇਡ ਸਾਈਕਲ ਦੇ ਨਾਲ। A recession situation will slow down the industrial activities and a period of inflation will increase the cost of production। ਕਹਿੰਦੇ ਜੇ ਰਿਸੈਸ਼ਨ ਹੋ ਜਾਵੇ, ਮਤਲਬ ਮੰਦੀ ਆ ਜਾਵੇ, ਤਾਂ ਉਹਦੇ ਕਰਕੇ ਬਿਜ਼ਨਸ ਐਕਟੀਵਿਟੀਜ਼ ਘਟ ਜਾਂਦੀਆਂ ਨੇ। ਬਟ ਜੇ ਇਨਫਲੇਸ਼ਨ ਹੋਵੇ, ਇਨਫਲੇਸ਼ਨ ਹੁੰਦੀ ਆ ਬਹੁਤ ਜ਼ਿਆਦਾ ਮਹਿੰਗਾਈ, ਤਾਂ ਜਿਹੜੀ ਕਾਸਟ ਆ ਉਹ ਵੱਧ ਜਾਂਦੀ ਹੈ, ਕਾਹਦੀ, ਪ੍ਰੋਡਕਟ ਬਣਾਉਣ ਦੀ। all those factor may lead to business risk। ਤਾਂ ਇਹਦਾ ਵੀ ਸਾਨੂੰ ਰਿਸਕ ਆ। ਲਾਸਟ ਟੌਪਿਕ ਦੇਖੋ ਇਹਦਾ ਮਿਸਲੇਨੀਅਸ ਦੇ ਵਿੱਚ ਆਉਂਦਾ ਗਵਰਨਮੈਂਟ ਪਾਲਿਸੀ ਤੇ ਇਨਐਫੀਸ਼ੀਐਂਟ ਮੈਨੇਜਮੈਂਟ। ਸਭ ਤੋਂ ਪਹਿਲਾਂ ਸਰਕਾਰ ਦੀਆਂ ਕੁਝ ਪਾਲਿਸੀਜ਼ ਹੁੰਦੀਆਂ ਨੇ, ਜਿਵੇਂ ਕਿ ਇੰਡਸਟਰੀਅਲ ਪਾਲਿਸੀ, ਫਿਸਕਲ ਪਾਲਿਸੀ, ਮੋਨੀਟਰੀ, ਐਗਜ਼ਿਮ ਪਾਲਿਸੀ, ਲਾਇਸੈਂਸਿੰਗ ਪਾਲਿਸੀ। ਇਹ ਸਾਰੀਆਂ ਪਾਲਿਸੀਜ਼ ਕੀ ਨੇ, ਆਰ ਬਿਯੋਂਡ ਦਾ ਕੰਟਰੋਲ ਆਫ ਬਿਜ਼ਨਸਮੈਨ। ਅ ਬਿਜ਼ਨਸਮੈਨ ਹੈਜ਼ ਟੂ ਚੇਂਜ ਹਿਜ਼ ਬਿਜ਼ਨਸ ਅਕੋਰਡਿੰਗ ਟੂ ਥੀਜ਼ ਪਾਲਿਸੀਜ਼। ਐਨੀ ਐਡਵਰਸ ਚੇਂਜ ਇਨ ਥੀਜ਼ ਪਾਲਿਸੀਜ਼ ਵਿਲ ਕ੍ਰੀਏਟ ਰਿਸਕ ਟੂ ਬਿਜ਼ਨਸ। ਇਹ ਸਾਰੀਆਂ ਪਾਲਿਸੀਜ਼ ਬਿਜ਼ਨਸਮੈਨ ਦੇ ਕੰਟਰੋਲ ਤੋਂ ਬਾਹਰ ਨੇ, ਠੀਕ ਆ। ਕੋਈ ਵੀ ਬਿਜ਼ਨਸਮੈਨ ਆ ਉਹਨੇ ਆਪਦੇ ਆਪ ਨੂੰ ਚੇਂਜ ਕਰਨਾ ਹੁੰਦਾ ਇਹਨਾਂ ਪਾਲਿਸੀ ਦੇ ਅਕੋਰਡਿੰਗ, ਠੀਕ ਆ। ਸੋ ਜੇ ਇਹਨਾਂ ਪਾਲਿਸੀ ਦੇ ਵਿੱਚ ਅਚਾਨਕ ਕੋਈ ਚੇਂਜ ਆਉਂਦੀ ਆ ਤਾਂ ਸਾਡੇ ਬਿਜ਼ਨਸ ਦੇ ਲਈ ਉਹ ਇੱਕ ਰਿਸਕ ਆ, ਠੀਕ ਆ। ਅੱਗੇ ਹੈ ਇਹਦਾ ਸੈਕਿੰਡ ਪੁਆਇੰਟ ਲਾਸਟ ਵਾਲਾ, ਇਨਐਫੀਸ਼ੀਐਂਟ ਮੈਨੇਜਮੈਂਟ। ਦਾ ਸਕਸੈਸ ਆਫ ਬਿਜ਼ਨਸ ਮੇਨਲੀ ਡਿਪੈਂਡ ਅਪੋਨ ਕੁਆਲਿਟੀ ਆਫ ਮੈਨੇਜਮੈਂਟ। ਮੈਨੇਜਮੈਂਟ ਕੀ ਹੁੰਦਾ, ਜਿਹੜੇ ਉਹ ਬਿਜ਼ਨਸ ਨੂੰ ਚਲਾਉਂਦੇ ਆ, ਮੈਨੇਜ ਕਰਨ 'ਚ ਹੈਲਪ ਕਰਦੇ ਆ। ਇਨਐਫੀਸ਼ੀਐਂਟ ਮੈਨੇਜਮੈਂਟ ਵਿਲ ਕ੍ਰੀਏਟ ਪ੍ਰੋਬਲਮ ਫॉर ਦ ਬਿਜ਼ਨਸ। ਜਿਵੇਂ ਉਹਦੀ ਮੈਨੇਜਮੈਂਟ ਹੀ ਵਧੀਆ ਨਹੀਂ ਹੋਊਗੀ, ਮਤਲਬ ਉਹਨੂੰ ਚਲਾਉਣ ਵਾਲੇ ਵਧੀਆ ਨਹੀਂ ਹੋਣਗੇ, ਤਾਂ ਉਹਦੇ ਨਾਲ ਕੀ ਸਾਨੂੰ ਬਿਜ਼ਨਸ ਦੇ ਵਿੱਚ ਪ੍ਰੋਬਲਮਸ ਆਉਣਗੀਆਂ। ਇਟ ਮੇ ਰਿਜ਼ਲਟ ਇਨ ਰੋਂਗ ਪਲੈਨਿੰਗ ਔਰ ਵੇਸਟੇਜ ਆਫ ਵੈਲਿਊਏਬਲ ਇਕਨੋਮਿਕ ਰਿਸੋਰਸਿਸ ਆਫ ਦ ਬਿਜ਼ਨਸ। ਇਹਦੇ ਨਾਲ ਸਾਡੀ ਪਲੈਨਿੰਗ ਵੀ ਗਲਤ ਹੋਊਗੀ ਤੇ ਸਾਡੇ ਜਿਹੜੇ ਇਕਨੋਮਿਕ ਸਰੋਤ ਨੇ ਬਿਜ਼ਨਸ ਦੇ ਉਹ ਬਹੁਤ ਜ਼ਿਆਦਾ ਵੇਸਟ ਹੋਣਗੇ, ਠੀਕ ਆ ਬੇਟਾ ਜੀ। ਅੱਜ ਲਈ ਇੰਨਾ ਹੀ।